आओ सारे जीव उस मेहर दे पात्र बणीए, ਆਪਣੀਆਂ ਮਨ ਬਿਰਤੀਆਂ ਨੂੰ ਇੱਕ ਮਨ ਚਿੱਤ ਕਰਕੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਗੁਰੂ ਮਹਾਰਾਜ ਜੀ ਦੀ ਸਾਜੀ ਨਾਵਾਜੀ ਫਤਿਹ ਨੂੰ ਕਰੀਏ ਸਾਂਝਾ। ਸਾਰੇ ਹੀ ਜੀਵ ਮੇਰੇ ਸੰਗ ਗੱਜ ਕੇ ਆਖੋ ਜੀ, ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਸਾਹਿਬੇ ਕਮਾਲ ਸਾਹਿਬ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ। ਮੇਰੇ ਸ਼ਹਿਨशाह ਪ੍ਰੀਤਮ, ਕੱਲ ਸਾਨੂੰ ਸਮਝਾ ਕੇ ਗਏ, ਨਫ਼ਰਤ ਕਰੇ ਜੋ ਆਪਣੇ ਵਰਗਿਆਂ ਨਾਲ, ਕਾਫਰ ਆਖੀਏ ਉਸ ਹਵਾਨ ਤਾਈਂ। ਮਾਇਆ ਵਾਸਤੇ ਤੋਲਦਾ ਕੁਫਰ ਜਿਹੜਾ, ਕਾਫਰ ਆਖੀਏ ਉਸ ਬਿਆਨ ਤਾਈਂ। ਇੱਥੋਂ ਤੱਕ ਸਾਡੀ ਝੋਲੀ ਰਹਿਮਤਾਂ ਦੇ ਖਜ਼ਾਨੇ ਨਾਲ ਭਰੀ, ਸਾਨੂੰ ਗਿਆਨਵਾਨ ਕੀਤਾ, ਸੁਚੇਤ ਕੀਤਾ। ਅੱਗੇ ਅੱਜ ਆਪਣੇ ਮੁਖਾਰਬੰਦ ਦੇ ਵਿੱਚੋਂ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਲੜੀਵਾਰ ਸਾਨੂੰ ਕੀ ਸਮਝਾਣਾ ਕਰਦੇ ਨੇ, ਆਓ ਸਰਵਨ ਕਰਦੇ ਹਾਂ। ਅੰਮ੍ਰਿਤ ਵਿੱਚ ਮਾਲਾਵੰਦਾ ਜ਼ਹਿਰ ਜਿਹੜਾ, ਕਾਫਰ ਆਖੀਏ ਉਸ ਗਿਆਨ ਤਾਈਂ। ਮਾਨਸ ਜਾਤ ਨੂੰ ਆਖਦੀ ਨੀਚ ਜਿਹੜੀ, ਲੱਖ ਲਾਹਨਤਾਂ ਉਸ ਜ਼ੁਬਾਨ ਤਾਈਂ। ਕਲਯੁਗ ਦੇ ਅਵਤਾਰ, ਗਿਆਨ ਦੇ ਸਾਗਰ, ਆਨਾਥਾਂ ਦੇ ਨਾਥ, ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਸਮਝਾਉਣਾ ਕਰਦੇ ਨੇ, ਸਾਨੂੰ ਮਾਰਗ ਸਮਝਾਉਂਦੇ ਨੇ ਸੱਚ ਦਾ, ਸਾਡਾ ਮਾਰਗ ਦਰਸ਼ਨ ਕਰਦੇ ਨੇ, ਸਾਨੂੰ ਸੁਚੇਤ ਕਰਦੇ ਨੇ। ਮਹਾਰਾਜ ਕਹਿੰਦੇ ਅੰਮ੍ਰਿਤ ਵਿੱਚ ਮਿਲਾਉਂਦਾ ਜ਼ਹਿਰ ਜਿਹੜਾ, ਕਾਫਰ ਆਖੀਏ ਉਸ ਗਿਆਨ ਤਾਈਂ। ਮਹਾਰਾਜ ਜੀ ਨੇ ਗੱਲ ਕੀਤੀ ਹੈ ਕਿ ਸਾਡੀ ਅੰਮ੍ਰਿਤਮਈ ਜ਼ਿੰਦਗੀ ਦੇ ਵਿੱਚ ਜਿਹੜਾ ਜ਼ਹਿਰ ਘੋਲਦਾ ਹੈ, ਉਹ ਗਿਆਨ ਨਹੀਂ ਹੁੰਦਾ, ਉਹ ਅੰਧ ਵਿਸ਼ਵਾਸ ਹੁੰਦਾ ਹੈ। ਗਿਆਨ ਤਾਂ ਇੱਕ ਰੌਸ਼ਨ ਕਰਦਾ ਹੈ ਖਿਆਲਾਂ ਨੂੰ, ਔਰ ਜਿਹੜਾ ਖਿਆਲਾਂ ਨੂੰ ਰੌਸ਼ਨ ਨਹੀਂ ਕਰਦਾ, ਮਹਾਰਾਜ ਕਹਿੰਦੇ ਉਹ ਜ਼ਹਿਰ ਹੁੰਦਾ। ਹੱਸਦੀ ਵਸਦੀ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲ ਦੇਣਾ ਉਹ ਗਿਆਨ ਨਹੀਂ, ਉਹ ਅਗਿਆਨਤਾ ਹੈ, ਮੂਰਖਤਾ ਹੈ। ਤੇ ਮਹਾਰਾਜ ਕਹਿੰਦੇ ਹੇ ਇਨਸਾਨ, ਤੂੰ ਗਿਆਨ ਪ੍ਰਾਪਤ ਕਰਨਾ ਹੈ। ਭਗਵਾਨ ਵਾਲਮੀਕੀ ਮਹਾਰਾਜ ਕਹਿੰਦੇ ਗਿਆਨ ਹੀ ਸੰਸਾਰ ਦਾ ਮੂਲ ਆਧਾਰ ਹੈ। ਜਿਹੜਾ ਅਧੂਰਾ ਗਿਆਨ, ਉਹ ਤੇਰੀ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲ ਦੇਵੇਗਾ। ਅੰਮ੍ਰਿਤ ਵਿੱਚ ਮਿਲਾਉਂਦਾ ਜ਼ਹਿਰ ਜਿਹੜਾ, ਕਾਫਰ ਆਖੀਏ ਉਸ ਗਿਆਨ ਤਾਈਂ। ਮਹਾਰਾਜ ਕਹਿੰਦੇ ਉਹ ਕਾਫਰ ਗਿਆਨ ਹੈ, ਜਿਹੜਾ ਆਪ ਦੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ, ਉਹ ਕਾਫਰ ਗਿਆਨ ਹੈ, ਉਹ ਗਿਆਨ ਨਹੀਂ, ਉਹ ਅੰਧ ਵਿਸ਼ਵਾਸ ਹੈ। ਮਾਨਸ ਜਾਤ ਨੂੰ ਆਖੀਏ ਆਖਦੀ ਨੀਚ ਜਿਹੜੀ, ਲੱਖ ਲਾਹਨਤਾਂ ਉਸ ਜ਼ਬਾਨ ਤਾਈਂ। ਮਹਾਰਾਜ ਜੀ ਕਹਿੰਦੇ ਨੇ, ਸਮਝਾਣਾ ਕਰਦੇ ਨੇ, ਮਾਰਗ ਦਰਸ਼ਨ ਕਰਦੇ ਨੇ। ਮਹਾਰਾਜ ਕਹਿੰਦੇ ਨੇ ਜਿਹੜੀ ਜੀਵ, ਜਿਹੜੀ ਜੀਵਾ, ਜਿਹੜੀ ਰਸਨਾ ਮਾਨਸ ਜਾਤ ਨੂੰ ਨੀਵਾਂ ਆਖਦੀ ਹੈ, ਮਹਾਰਾਜ ਕਹਿੰਦੇ ਲਾਹਨਤਾਂ ਉਸ ਜ਼ਬਾਨ ਨੂੰ। ਅੱਗੇ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਕੀ ਸਮਝਾਣਾ ਕਰਦੇ ਨੇ, ਆਓ ਸਰਵਨ ਕਰਦੇ ਹਾਂ। ਜਦੋਂ ਸਾਰਿਆਂ ਵਿੱਚ ਭਗਵੰਤ ਇੱਕੋ, ਮੰਦਾ ਬੋਲੀਏ ਕਿਵੇਂ ਕਰਾਨ ਤਾਈਂ। ਜਿੱਥੇ ਸੰਤ ਮਹਾਤਮਾ ਚਰਨ ਰੱਖੇ, ਮੱਥਾ ਟੇਕੀਏ ਉਸ ਅਸਥਾਨ ਤਾਈਂ। ਮੇਰੇ ਸ਼ਹਿਨशाह ਸਤਿਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਸਮਝਾਣਾ ਕਰਦੇ ਨੇ, ਸਾਡਾ ਮਾਰਗ ਦਰਸ਼ਨ ਕਰਦੇ ਨੇ, ਸਾਨੂੰ ਸੁਚੇਤ ਕਰਦੇ ਨੇ। ਜਦੋਂ ਸਾਰਿਆਂ ਵਿੱਚ ਭਗਵਾਨ ਇੱਕੋ, ਮੰਦਾ ਆਖੀਏ ਕਿਵੇਂ ਕਰਾਨ ਤਾਈਂ। ਮੇਰੇ ਸ਼ਹਿਨशाह ਸਤਿਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਮੂਰਖ ਜੀਵਾਂ ਨੂੰ ਸਮਝਾਉਂਦੇ ਨੇ ਕਿ ਜਦੋਂ ਪਰਮਾਤਮਾ ਦੀ ਜੋਤ ਸਾਰਿਆਂ ਜੀਵਾਂ ਦੇ ਵਿੱਚ ਹੈ, ਤੇ ਫਿਰ ਅਸੀਂ ਕਿਵੇਂ ਦੂਸਰੇ ਨੂੰ ਮਾੜਾ ਕਹਿੰਦੇ ਹਾਂ। ਇੱਥੇ ਮਹਾਰਾਜ ਜੀ ਨੇ ਕੁਰਾਨ ਦੀ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਹਰ ਧਰਮ ਗ੍ਰੰਥ ਦੇ ਵਿੱਚ ਪਰਮਾਤਮਾ ਦਾ ਉਪਦੇਸ਼ ਹੈ, ਸੱਚ ਦਾ ਉਪਦੇਸ਼ ਹੈ, ਉਸ ਉਪਦੇਸ਼ ਦੇ ਉੱਪਰ ਚੱਲਣ ਦੀ ਸਾਨੂੰ ਸਾਰਿਆਂ ਨੂੰ ਲੋੜ ਹੈ। ਤੇ ਮਹਾਰਾਜ ਜੀ ਕਹਿੰਦੇ ਹੈ, ਪਰ ਮੂਰਖ ਇਨਸਾਨ, ਤੂੰ ਆਪਣੇ ਗ੍ਰੰਥ ਨੂੰ ਸ੍ਰੇਸ਼ਟ ਦੱਸਦਾ ਹੈ ਤੇ ਦੂਸਰਿਆਂ ਨੂੰ ਤੂੰ ਕਾਫਰ ਦੱਸਦਾ ਹੈ। ਦੂਸਰੇ ਗ੍ਰੰਥਾਂ ਨੂੰ ਤੂੰ ਭੰਡਦਾ ਫਿਰਦਾ ਹੈ, ਮਾੜਾ ਕਹਿੰਦਾ ਫਿਰਦਾ ਹੈ। ਮਹਾਰਾਜ ਕਹਿੰਦੇ ਜਦੋਂ ਪ੍ਰਮਾਤਮਾ ਸਾਰਿਆਂ ਦੇ ਵਿੱਚ ਹੈ, ਤੇ ਫਿਰ ਕੁਰਾਨ ਨੂੰ ਕਿਉਂ ਮਾੜਾ ਕਹਿਣਾ ਹੈ।
ਜੇ ਤੇਰੇ ਅੰਦਰ ਵੀ ਉਹ ਪ੍ਰਮਾਤਮਾ ਹੈ ਤੇ ਕੁਰਾਨ ਦੇ ਵਿੱਚੋਂ ਵੀ ਤਾਂ ਉਸੇ ਪ੍ਰਮਾਤਮਾ ਦੇ ਉਪਦੇਸ਼ ਬਖਸ਼ਿਸ਼ ਹੁੰਦੇ ਨੇ। ਮਹਾਰਾਜ ਜੀ ਕਹਿੰਦੇ ਨੇ, ਹੇ ਮੂਰਖ ਇਨਸਾਨ, ਇਹ ਤੇਰੀ ਅਗਿਆਨਤਾ ਹੈ, ਕਿਉਂਕਿ ਦੂਸਰੇ ਗ੍ਰੰਥਾਂ ਨੂੰ ਤੂੰ ਕਬੂਲਦਾ ਨਹੀਂ। ਹਰ ਗ੍ਰੰਥ ਦੇ ਵਿੱਚ ਪਰਮਾਤਮਾ ਦੇ ਸੱਚ ਦੇ ਉਪਦੇਸ਼ ਨੇ। ਹਰ ਮਹਾਂਪੁਰਸ਼ ਨੇ, ਚਾਹੇ ਕੋਈ ਵੀ ਧਰਮ ਦਾ ਹੈ, ਉਹਨੇ ਸਾਨੂੰ ਕਲਯੁਗੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਲੜ ਲਾਇਆ, ਪਰਮਾਤਮਾ ਦੇ ਲੜ ਲਾਇਆ, ਸੱਚ ਦਾ ਰਸਤਾ ਸਮਝਾਇਆ। ਅਸੀਂ ਮਨਮੁਖ ਮੂਰਖ ਅਨੁਸਾਰ ਇੰਨੇ ਅਗਿਆਨੀ ਹਾਂ, ਇੰਨੇ ਅਕਿਰਤਕਾਣ ਹਾਂ ਕਿ ਉਹਨਾਂ ਮਹਾਂਪੁਰਸ਼ਾਂ ਦੇ ਪ੍ਰਵਚਨ ਸਰਵਣ ਨਹੀਂ ਕਰ ਸਕਦੇ। ਅਸੀਂ ਉਹਨਾਂ ਦੀ ਵਿਰੋਧਤਾ ਕਰਦੇ ਹਾਂ। ਤੇ ਮਹਾਰਾਜ ਜੀ ਕਹਿੰਦੇ, ਜਦੋਂ ਸਾਰਿਆਂ ਵਿੱਚ ਭਗਵੰਤ ਇੱਕੋ ਮੰਦਾ ਬੋਲੀਏ ਕਿਵੇਂ ਕੁਰਾਨ ਤਾਈਂ, ਜਦੋਂ ਪਰਮਾਤਮਾ ਦੀ ਜੋਤ ਹੀ ਸਾਰਿਆਂ ਦੇ ਵਿੱਚ ਹੈ, ਤੇ ਹੇ ਮੂਰਖ ਇਨਸਾਨ, ਫਿਰ ਤੂੰ ਮੰਦਾ ਕਿਉਂ ਕਿਸੇ ਧਰਮ ਨੂੰ ਕਹਿਣਾ? ਫਿਰ ਤੂੰ ਕਿਸੇ ਗ੍ਰੰਥ ਨੂੰ ਮੰਦਾ ਕਿਉਂ ਕਹਿਣਾ? ਇੱਥੇ ਮਹਾਰਾਜ ਜੀ ਨੇ ਕੁਰਾਨ ਦੀ ਗੱਲ ਕੀਤੀ ਹੈ ਕਿ ਹੇ ਪ੍ਰਾਣੀ, ਹੇ ਮੂਰਖ ਇਨਸਾਨ, ਜਦੋਂ ਪਰਮਾਤਮਾ ਦਾ ਉਪਦੇਸ਼ ਸਭ ਗ੍ਰੰਥਾਂ ਵਿੱਚੋਂ ਮਿਲਦਾ ਹੈ ਤੇ ਫਿਰ ਤੂੰ ਕਿਉਂ ਮਾੜਾ ਸੋਚਦਾ ਹੈ? ਸਮੇਂ-ਸਮੇਂ ਦੇ ਮੁਤਾਬਕ, ਸਮੇਂ-ਸਮੇਂ ਦੇ ਮਹਾਂਪੁਰਸ਼ਾਂ ਨੇ ਸਾਨੂੰ ਪਰਮਾਤਮਾ ਦੇ ਲੜ ਲਾਇਆ, ਸੱਚ ਦੇ ਲੜ ਲਾਇਆ। ਪਰ ਹੇ ਪ੍ਰਾਣੀ, ਤੇਰੀ ਮਾਨਸਿਕਤਾ ਕੈਸੀ ਹੈ? ਤੂੰ ਹਮੇਸ਼ਾ ਅਕਾਲ ਪੁਰਖ ਪਰਮਾਤਮਾ ਅੱਲਾਹ ਤਾਲਾ, ਗੋਡ, ਈਸ਼ਵਰ ਦਾ ਵਿਰੋਧ ਕੀਤਾ। ਅੱਗੇ ਮਹਾਰਾਜ ਜੀ ਨੇ ਕਿਹਾ, ਜਿੱਥੇ ਸੰਤ ਮਹਾਤਮਾ ਚਰਨ ਰੱਖੇ, ਮੱਥਾ ਟੇਕੀਏ ਉਸ ਅਸਥਾਨ ਤਾਈਂ। ਜਿੱਥੇ ਮਹਾਰਾਜ ਜੀ ਕਹਿੰਦੇ, ਜਿੱਥੇ ਬਾਹੇ ਮੇਰਾ ਸਤਿਗੁਰੂ, ਉਹ ਥਾਨ ਸੁਹਾਨੀ ਹੋਏ। ਮਹਾਰਾਜ ਜੀ ਕਹਿੰਦੇ, ਜਿੱਥੇ ਕਿਤੇ ਚਰਨ ਵੀ ਲਾਉਂਦੇ ਆ ਨਾ ਸੰਤ ਮਹਾਤਮਾ, ਗੁਰੂ ਦੇ ਪਿਆਰੇ, ਉਹ ਜਗ੍ਹਾ, ਉਹ ਅਸਥਾਨ ਪੂਜਣਯੋਗ ਹੋ ਜਾਂਦਾ ਹੈ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਸਮਝਾਉਂਦੇ ਨੇ ਕਿ ਇਹ ਮੂਰਖ ਇਨਸਾਨ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਜਿਹੜੇ ਰੱਬ ਦੇ ਨਾਮ ਦੇ ਰਸਈਏ ਹੁੰਦੇ ਨੇ, ਜਿਹੜੇ ਸੰਤ ਹੋ ਜਾਂਦੇ ਨੇ, ਜਿਹੜੇ ਮਹਾਤਮਾ ਬਣ ਜਾਂਦੇ ਨੇ, ਉਹ ਜਿੱਥੇ ਵੀ ਕਿਤੇ ਕਦਮ ਟਿਕਾ ਦੇਣ, ਉਹ ਜਗ੍ਹਾ ਪੂਜਣ ਯੋਗ ਹੋ ਜਾਂਦੀ ਹੈ। ਉਹਨਾਂ ਦੇ ਚਰਨ ਛੋਹ ਧਰਤੀ ਹੋ ਜਾਂਦੀ ਹੈ। ਅੱਗੇ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਆਪਣੇ ਮਖਾਰਬੰਦ ਦੇ ਵਿੱਚੋਂ ਸਾਨੂੰ ਕੀ ਸਮਝਾਉਣਾ ਕਰਦੇ ਨੇ, ਆਓ ਸਰਵਨ ਕਰਦੇ ਹਾਂ। ਦਸਾਂ ਨੋਹਾਂ ਦੀ ਕਿਰਤ ਦਾ ਬਣੇ ਜਿਹੜਾ, ਅੰਮ੍ਰਿਤ ਜਾਣੀਏ ਉਸ ਪਕਵਾਨ ਤਾਈ। ਜਿਹੜਾ ਨਾਲ ਹੰਕਾਰ ਦੇ ਦਾਨ ਕਰਦਾ, ਭੋਗ ਲੱਗਦੇ ਨਹੀਂ ਉਸ ਦਾਨ ਤਾਈ। ਮੇਰੇ ਸ਼ਹਿਨਸ਼ਾਹ ਪ੍ਰੀਤਮ, ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਸਮਝਾਉਣਾ ਕਰਦੇ ਨੇ, ਮਾਰਗ ਦਰਸ਼ਨ ਕਰਦੇ ਨੇ, ਸਾਨੂੰ ਸੁਚੇਤ ਕਰਦੇ ਨੇ। ਮਹਾਰਾਜ ਕਹਿੰਦੇ ਕਿ ਇਹ ਪ੍ਰਾਣੀ, ਜਿਹੜਾ ਦਸਾਂ ਨੋਹਾਂ ਦੀ ਕਿਰਤ ਦਾ ਬਣੇ, ਅੰਮ੍ਰਿਤ ਜਾਣੀਏ ਉਸ ਭਗਵਾਨ ਤਾਈ। ਮਹਾਰਾਜ ਕਹਿੰਦੇ, ਜਿਹੜਾ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਤੂੰ ਘਰ ਦੇ ਵਿੱਚ ਪਕਵਾਨ ਬਣਾਉਣਾ ਹੈ ਨਾ, ਉਹ ਅੰਮ੍ਰਿਤ ਤੋਂ ਘੱਟ ਨਹੀਂ। ਜੇ ਤੂੰ ਬੇਈਮਾਨੀ ਕਰਕੇ ਘਰ ਦੇ ਵਿੱਚ ਰਾਸ਼ਨ ਲੈ ਕੇ ਆਉਣਾ ਤੇ ਉਹ ਤੂੰ ਖਾਣਾ, ਤੇ ਉਹ ਸਮਝ ਲੈਣਾ ਕਿ ਤੂੰ ਜ਼ਹਿਰ ਖਾ ਰਿਹਾ। ਦਸਾਂ ਨੋਹਾਂ ਦੀ ਕਿਰਤ ਹੀ ਇੱਕ ਅੰਮ੍ਰਿਤ ਦੀ ਕਮਾਈ ਹੈ, ਔਰ ਹੇਰਾ ਫੇਰੀ, ਝੂਠ, ਤੂਫਾਨ, ਠੱਗੀਆਂ ਦੀ ਕਮਾਈ ਇੱਕ ਜ਼ਹਿਰ ਹੈ। ਮਹਾਰਾਜ ਜੀ ਕਹਿੰਦੇ, ਜਿਹੜਾ ਨਾਲ ਹੰਕਾਰ ਦੇ ਦਾਨ ਕਰਦਾ, ਭੋਗ ਲੱਗਦੇ ਨਹੀਂ ਉਸ ਦਾਨ ਤਾਈਂ। ਇਹ ਮੂਰਖ ਇਨਸਾਨ, ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਤੈਨੂੰ ਸਮਝਾ ਰਹੇ ਨੇ ਕਿ ਦਾਨ ਵੀ ਕਰਨਾ ਹੈ ਤੇ ਨਿਮਰਤਾ ਦੇ ਨਾਲ ਕਰਨਾ ਹੈ। ਜੇ ਤੂੰ ਦਾਨ ਹੰਕਾਰ ਦੇ ਵਿੱਚ ਆਣ ਕੇ ਕਰਦਾ ਤੇ ਤੇਰੇ ਦਾਨ ਨੂੰ ਭੋਗ ਨਹੀਂ ਲੱਗਦਾ, ਕਬੂਲਿਆ ਨਹੀਂ ਜਾਂਦਾ। ਭੋਗ ਲੱਗਣ ਤੋਂ ਭਾਵ ਹੈ ਉਹ ਅਕਾਲ ਪੁਰਖ ਪ੍ਰਮਾਤਮਾ ਤੇਰਾ ਦਾਨ ਵੀ ਕਬੂਲਦੇ ਨਹੀਂ, ਕਿਉਂਕਿ ਤੇਰੇ ਅੰਦਰ ਹਉਮੈ ਹੈ, ਹੰਕਾਰ ਹੈ। ਤੂੰ ਦਾਨ ਵੀ ਕੀਤਾ ਤੇ ਹੰਕਾਰ ਵਿੱਚ ਆਣ ਕੇ ਕੀਤਾ, ਆਪਣੀ ਬੱਲੇ ਬੱਲੇ ਕਰਾਉਣ ਵਾਸਤੇ ਕੀਤਾ। ਤੇ ਮਹਾਰਾਜ ਕਹਿੰਦੇ, ਐਸੇ ਦਾਨ ਨੂੰ ਉਹ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਕਬੂਲਦੇ ਨਹੀਂ। ਅੱਗੇ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਕੀ ਸਮਝਾਉਣਾ ਕਰਦੇ ਨੇ, ਆਓ ਸਰਵਨ ਕਰਦੇ ਹਾਂ।
ਨਾਨਕ ਵਾਂਗਰਾ ਸ਼ਾਂਤੀ ਵਿੱਚ ਜੀਰੇ, ਤਾਰੇ ਪੂਜਦੇ ਉਸ ਵਿਦਵਾਨ ਤਾਈ। ਜਿਹਦੀ ਲਿਖਤ ਨਾ ਮਿਟੀ ਪਕੰਬਰਾਂ ਤੋਂ, ਰੱਬ ਜਾਣੀਏ ਉਸ ਮਹਾਨ ਤਾਈ। ਮੇਰੇ ਸ਼ਹਿਨशाह ਸਤਿਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਸਮਝਾਣਾ ਕਰਦੇ ਨੇ, ਸੁਚੇਤ ਕਰਦੇ ਨੇ, ਮਾਰਗ ਦਰਸ਼ਨ ਕਰਦੇ ਨੇ। ਮਹਾਰਾਜ ਜੀ ਨੇ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲੈ ਕੇ ਸੰਬੋਧਨ ਸਾਨੂੰ ਕੀਤਾ, ਸਾਨੂੰ ਸਮਝਾਇਆ ਮੂਰਖਾਂ ਨੂੰ। ਮਾਰੇ ਕਹਿੰਦੇ ਨਾਨਕ ਵਾਂਗਰਾ ਸ਼ਾਂਤੀ ਵਿੱਚ ਜੀਦੇ, ਤਾਰੇ ਪੂਜਦੇ ਉਸ ਵਿਦਵਾਨ ਤਾਈ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਗੁਰੂ ਨਾਨਕ ਦੇ ਅੰਦਰ ਸ਼ਾਂਤੀ ਸੀ, ਸਬਰ ਸੀ, ਸੰਤੋਖ ਸੀ, ਤੇ ਚੰਦ ਤਾਰੇ ਵੀ ਉਹਦੀ ਪੂਜਾ ਕਰਦੇ ਸੀ। ਉਹ ਇਤਨੇ ਵਿਦਵਾਨ ਸੀ, ਗਿਆਨਵਾਨ ਸੀ ਕਿ ਜਿੱਥੇ ਵੀ ਬੈਠਦੇ ਸੀ ਸੱਚ ਦੀ ਗੱਲ ਕਰਦੇ ਸੀ, ਗਿਆਨ ਦੀ ਗੱਲ ਕਰਦੇ ਸੀ। ਇੱਥੇ ਇਹਨਾਂ ਨੇ ਮਹਾਰਾਜ ਨੇ ਵਿਦਵਾਨ ਦੱਸਿਆ ਉਹਨਾਂ ਨੂੰ। ਨਾਨਕ ਵਾਂਗਰਾ ਸ਼ਾਂਤੀ ਵਿੱਚ ਜਿਹਦੇ, ਤਾਰੇ ਪੂਜਦੇ ਉਸ ਵਿਦਵਾਨ ਤਾਈ। ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਜੀ ਨੂੰ ਵਿਦਵਾਨ ਕਹਿ ਕੇ ਬਿਆਨ ਕੀਤਾ ਕਿ ਉਹਨਾਂ ਦੇ ਅੰਦਰ ਇੰਨੀ ਵਿਦਵਾਨਤਾ ਸੀ, ਇੰਨੀ ਸ਼ਾਂਤੀ ਸੀ, ਇੰਨਾ ਸਬਰ ਸੀ, ਸੰਤੋਖ ਸੀ ਕਿ ਸੱਚ ਹੀ ਸੱਚ ਬਿਆਨ ਕਰਦੇ ਸੀ। ਜਿਹਦੀ ਲਿਖਤ ਨਾ ਮਿੱਟੀ ਪੈਗੰਬਰਾਂ ਤੋਂ, ਰੱਬ ਜਾਣੀਏ ਉਸ ਮਹਾਨ ਤਾਈ। ਇੱਥੇ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਨੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਲਿਖਤ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਜਿਹਦੀ ਲਿਖਤ ਨਾ ਮਿਟੀ ਪੈਗੰਬਰਾਂ ਤੋਂ, ਰੱਬ ਜਾਣੀਏ ਉਸ ਮਹਾਨ ਤਾਈ। ਮਹਾਰਾਜ ਕਹਿੰਦੇ ਨੇ ਰਾਜਾ ਰਾਮਚੰਦਰ ਵਿਸ਼ਨੂੰ ਦਾ ਅਵਤਾਰ, ਉਹਦੇ ਕੋਲ ਵੀ ਉਹਦੀ ਲਿਖਤ ਮਟਾ ਨਹੀਂ ਹੋਈ। ਜੋ ਲਿਖਤਾ ਉਹੀ ਸੱਚ। ਵਿਸ਼ਨੂੰ ਨੂੰ ਵੀ ਉਹਦੀ ਲਿਖਤ ਦੇ ਉੱਪਰ ਆਣ ਕੇ ਚੱਲਣਾ ਪਿਆ। ਤੇ ਮਹਾਰਾਜ ਕਹਿੰਦੇ ਨੇ ਉਹ ਰੱਬ ਹੈ, ਰੱਬ ਜਾਣੀਏ ਉਸ ਮਹਾਨ ਤਾਈ ਜਿਹਨੇ ਏਡੀ ਵੱਡੀ ਲਿਖਤ ਲਿਖ ਦਿੱਤੀ ਕਿ ਵਿਸ਼ਨੂੰ ਨੂੰ ਵੀ ਆਣ ਕੇ ਨਿਮਰਤਾ ਦੇ ਨਾਲ ਚੱਲਣਾ ਪਿਆ। ਉਹੀ ਅਸਲੀ ਰੱਬ ਹੈ, ਉਸ ਤੋਂ ਮਹਾਨ ਕੋਈ ਨਹੀਂ ਹੋ ਸਕਦਾ। ਅੱਗੇ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਸਾਨੂੰ ਕੀ ਸਮਝਾਣਾ ਕਰਦੇ ਨੇ, ਆਓ ਸਰਵਨ ਕਰਦੇ ਹਾਂ। ਜਿਹਨੇ ਰਾਮ ਦੇ ਦਲ ਸੁਰਜੀਤ ਕੀਤੇ, ਧੰਨ ਧੰਨ ਉਹਦੇ ਅੰਮ੍ਰਿਤ ਪਾਨ ਤਾਈ। ਕਰਮ ਮੰਦੜੇ ਜਿਨ੍ਹਾਂ ਦੇ ਜਾਗ ਪੈਂਦੇ, ਉਹ ਪੂਜਦੇ ਝੂਠ ਤੂਫਾਨ ਤਾਈ। ਮਹਾਰਾਜ ਜੀ ਕਹਿੰਦੇ ਜਿਹੜੇ ਵੀ ਰਾਮ ਦੇ ਦਲ, ਭਾਵ ਜਦੋਂ ਲਵ ਕੁਸ਼ ਦੇ ਨਾਲ ਜੰਗ ਹੋਇਆ ਤੇ ਮਹਾਰਾਜ ਜੀ ਨੇ ਅੰਮ੍ਰਿਤ ਤਿਆਰ ਕੀਤਾ, ਤੇ ਉਸ ਅੰਮ੍ਰਿਤ ਦੇ ਇੱਕ ਛਿੱਟੇ ਦੇ ਨਾਲ ਸਾਰੀ ਸੈਨਾ ਸੁਰਜੀਤ ਹੋ ਗਈ। ਅੱਗੇ ਮਹਾਰਾਜ ਜੀ ਨੇ ਰਮਜ ਦੇ ਵਿੱਚ ਗੱਲ ਕੀਤੀ। ਮਹਾਰਾਜ ਕਹਿੰਦੇ ਕਰਮ ਮੰਦੜੇ ਜਿਨ੍ਹਾਂ ਦੇ ਜਾਗ ਪੈਂਦੇ, ਉਹ ਪੂਜਦੇ ਝੂਠ ਤੂਫਾਨ ਤਾਈ। ਮਹਾਰਾਜ ਕਹਿੰਦੇ ਜਿਹੜੇ ਝੂਠ ਤੂਫਾਨ ਨੂੰ ਪੂਜਦੇ ਸੀ, ਮਾੜੇ ਕਰਮ ਕਰਦੇ ਸੀ, ਉਹਨਾਂ ਦੇ ਵੀ ਕਰਮ ਜਿਹੜੇ ਆ ਨਾ ਉਹ ਜਾਗ ਜਾਂਦੇ ਆ। ਜਦੋਂ ਸੱਚ ਦੇ ਸਾਹਮਣੇ ਆਉਂਦੇ ਆ ਨਾ ਤੇ ਉਹਨਾਂ ਦੇ ਵੀ ਕਰਮ ਜਾਗ ਪੈਂਦੇ ਆ। ਹੇ ਪ੍ਰਾਣੀ, ਪਰ ਤੂੰ ਤਾਂ ਜੀ ਝੂਠ ਦੇ ਵਿੱਚ ਰਿਹਾ, ਅੰਧਕਾਰ ਦੇ ਵਿੱਚ ਜੀ ਰਿਹਾ। ਜਦੋਂ ਤੂੰ ਸੱਚ ਦੇ ਸਾਹਮਣੇ ਆਵੇਂਗਾ, ਜਦੋਂ ਤੂੰ ਲਾਈਟ ਦੇ ਸਾਹਮਣੇ ਆਵੇਂਗਾ, ਰੌਸ਼ਨੀ ਦੇ ਸਾਹਮਣੇ ਆਵੇਂਗਾ, ਤੈਨੂੰ ਤੇਰਾ ਆਪਣਾ ਹੀ ਚਿਹਰਾ ਨਜ਼ਰ ਆਵੇਗਾ। ਅਜੇ ਤੂੰ ਅੰਧੇਰੇ ਦੇ ਵਿੱਚ ਜੀ ਰਿਹਾ, ਇਸ ਕਰਕੇ ਤੈਨੂੰ ਕੁਛ ਨਜ਼ਰ ਨਹੀਂ ਆਉਂਦਾ। ਇੱਥੋਂ ਤੱਕ ਕਿ ਤੈਨੂੰ ਆਪਣਾ ਚਿਹਰਾ ਵੀ ਨਜ਼ਰ ਨਹੀਂ ਆਉਂਦਾ। ਅੰਧਕਾਰ ਦੇ ਵਿੱਚ ਜੀ ਰਿਹਾ, ਭਾਵ ਝੂਠ ਦੇ ਵਿੱਚ ਜੀ ਰਿਹਾ, ਹੇਰਾ ਫੇਰੀ ਵਿੱਚ ਜੀ ਰਿਹਾ, ਠੱਗੀਆਂ ਦੇ ਵਿੱਚ ਜੀ ਰਿਹਾ, ਨਿੰਦਿਆ ਚੁਗਲੀ ਦੇ ਵਿੱਚ ਜੀ ਰਿਹਾ। ਇਸ ਕਰਕੇ ਤੈਨੂੰ ਕੁਛ ਵੀ ਨਜ਼ਰ ਨਹੀਂ ਆਉਂਦਾ, ਆਪਣਾ ਚਿਹਰਾ ਤੱਕ ਨਹੀਂ ਨਜ਼ਰ ਆਉਂਦਾ। ਜਦੋਂ ਤੂੰ ਗਿਆਨ ਰੂਪੀ ਬਲਬ ਦੇ ਸਾਹਮਣੇ ਆਵੇਂਗਾ, ਫਿਰ ਤੈਨੂੰ ਆਪਣਾ ਹੀ ਚਿਹਰਾ ਨਜ਼ਰ ਆਵੇਗਾ। ਫਿਰ ਦੂਸਰੇ ਵੀ ਨਜ਼ਰ ਆਉਣਗੇ ਔਰ ਆਪਣਾ ਚਿਹਰਾ ਵੀ ਤੈਨੂੰ ਪੂਰੀ ਤਰ੍ਹਾਂ ਨਜ਼ਰ ਆਵੇਗਾ। ਹਜੇ ਤੂੰ ਗਿਆਨ ਰੂਪੀ ਬਲਬ ਦੇ ਕੋਲ ਨਹੀਂ ਆਇਆ। ਅੱਗੇ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਕੀ ਸਮਝਾਣਾ ਕਰਦੇ ਨੇ, ਆਓ ਸਰਵਨ ਕਰਦੇ ਹਾਂ। ਮਾਨਸ ਜੀਵ ਜਹਾਨ ਦੇ ਵਿੱਚ ਜਿੰਨੇ, ਇੱਕੋ ਰੂਪ ਨੇ ਉਸ ਭਗਵਾਨ ਤਾਈ। ਰਾਜੇ ਜਨਕ ਦੀ ਪੁੱਤਰੀ ਪੂਜਦੀ ਸੀ, ਫੁੱਲ ਰੱਖ ਕੇ ਉਸ ਨਿਧਾਨ ਤਾਈ। ਮੇਰੇ ਸ਼ਹਿਨशाह ਸਤਿਗੁਰੂ ਗਿਆਨਨਾਥ ਮਹਾਰਾਜ ਜੀ ਸਮਝਾਣਾ ਕਰਦੇ ਨੇ, ਮਾਰਗ ਦਰਸ਼ਨ ਕਰਦੇ ਨੇ, ਸੁਚੇਤ ਕਰਦੇ ਨੇ। ਮਹਾਰਾਜ ਕਹਿੰਦੇ ਮਾਨਸ ਜੀਵ ਜਹਾਨ ਦੇ ਵਿੱਚ ਜਿੰਨੇ, ਇੱਕੋ ਰੂਪ ਨੇ ਉਸ ਭਗਵਾਨ ਤਾਈ।
जिन्ने भी संसार के उत्ते मानस जीव ने, महाराज कहते कि उस परमात्मा की जोत विचों सब प्रगट होए ने। सारिਆਂ ਦਾ रूप एक ही है, सब इंसान जामा है। पर हे प्राणी, तू इंसान होके भी इंसान दे नाल नफरत करदा है, इंसान होके भी तू इंसान दा दुश्मन बनया बैठा है। कैसी तेरी मानसिकता है। अगे महाराज ने कहा, राजे जनक दी पुत्री पूजदी सी फुल रख के उस निधान ताई। निधान का मतलब होंदा है खजाना। तो धन गुरु ज्ञाननाथ महाराज जी कहते ने कि राजे जनक दी पुत्री सीता परम पिता परमात्मा के चरणों दे विच फुल रखदे, फुल्लां दा खजाना रखदी सी, फुल्लां दा खजाना रख के पूजा करदी सी। उस रहमतां दे खजाने दे अगे फुल रख के पूजा करया करदी सी। अगे धन धन गुरु ज्ञाननाथ महाराज जी सानू की समझाना करते हैं, आओ सरवण करते हैं। कच्चे तंद नाल बली ने बन दिता, पवन पुत्र जोधे बलवान ताई। राजे बल ने सुरग दे राज पाए, नित पूज के उस सुभान ताई। मेरे शहंशाह सतगुरु ज्ञाननाथ महाराज जी सानू समझाना करते हैं, कच्चे तंद नाल बली ने, बली इत्थे महाराज जी ने लव कुश नूं कहा, कच्चे तंद नाल बली ने बन दिता, पवन पुत्र जोधे हनुमान ताई। महाराज कहते हैं कि हनुमान जोधे नूं उस बली जोधे ने लव ते कुछ ने कच्चे तंद दे नाल बन दिता। एडा वड्डा हनुमान जोधा एक कच्चे तंद नाल बन दिता। परम पिता परमात्मा की अपार कृपा सी उस बली उत्ते, उस जोधे उत्ते, जिन्हें हनुमान भी कच्चे तंद नाल बन दिता। राजे बल ने सुरग दे राज पाए, नित पूज के उस सुभान ताई। राजा बल राजा जिन्हें स्वर्ग दे उत्ते भी राज किया, स्वर्ग का राज उन्होंने मिलिया किवें? उस परम पिता परमात्मा की आराधना करके, परम पिता परमात्मा की बंदगी करके, उहदा सिमरन करके राजे बल ने स्वर्ग दे राज पाए। स्वर्गां विच भी राजा बल राज करके गया। अगे धन धन गुरु ज्ञाननाथ महाराज जी सानू की समझाना करते हैं, आओ सरवण करते हाँ। देही सने असमान नूं उड जांदे, वाह वाह ओदे वरदान ताई। जी दे विच ना सत ज्ञान नाथ, काफर आखिए उस ध्यान ताई। मेरे शहंशाह सतगुरु ज्ञाननाथ महाराज जी सानू समझाना करते ने, देही सने असमान नूं उड जांदे। महाराज कहते जिहड़े ओहदे नाम दे रसईए हुंदे आ, जिन्हां नूं ओह परमात्मा वर दे दिंदा है, ओह सण दे ही इस संसार तो उत्तों चलदे ने। महाराज जी का कथन है, सण दे ही संसार चों नानक जनक गाए, जप के नाम अकाल का ज्ञान नाथ अमर पाए। गुरु नानक पातशाह जी और राजा जनक सणे देहे इस संसार दे उत्तों गए। महाराज कहते जिहड़े नाम दे रसईए हुंदे ने, जिहड़े प्रेम दे पुजारी हुंदे ने, अकाल पुरख दे पुजारी है, वो इस मातलोक की धरती के उपरों सणे शरीर जाते हैं, जिन्हां नूं वर मिल जाते हैं। अगे लास्ट पंक्तियां दे विच धन गुरु ज्ञाननाथ महाराज ने अपने आप नूं संबोधन करके सानू मूर्खां नूं समझाया। महाराज कहते जिहदे विच ना सत ज्ञान नाथ, काफर आखिए उस ध्यान ताई। जिहदे विच सच ही नहीं कोई, धन गुरु ज्ञाननाथ महाराज कहते हैं कि उन्होंने काफर कहीदा। जिहदे विच कोई सच की गल ही नहीं, जिहड़ा झूठ ही बोलदा, निंदिया करदा, चुगली करदा, महाराज कहते वो इंसान नहीं, वो शैतान है, वो काफर इंसान है। जिहदे विच ना सत ज्ञान नाथ, काफर आखिए उस ध्यान ताई। महाराज जी कहते ने, हे मूर्ख इंसान, तैन रोज़ परम पिता परमात्मा सच दे लड़ लाउंदे ने, पर तू ना निंदिया छड्डदा, ना चुगली छड्डदा, ना झूठ छड्डदा, ना हेरा फेरी छड्डदा, ना तू बेईमानी छड्डदा। तो महाराज कहते तू इंसान नहीं, तू शैतान है, तू काफर है। धन गुरु ज्ञाननाथ महाराज रोज़ ही सानू परम पिता परमात्मा दे घर दा सच दा रस्ता समझाउंदे।